ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 64ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਪੂਰਬੀ ਮਹੱਲਾ ਚੌਥਾ। ਗੁਰਮਤਿ ਬਾਜੇ ਅਨਹਦ ਸ਼ਬਦ ਅਨਾਹਦ, ਗੁਰਮਤਿ ਮਨੁਆ ਗਾਵੇ। ਵਡਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਗੁਰ ਲਿਵ ਲਾਗੇ। ਗੁਰਮੁਖ ਹਰ ਲਿਵ ਲਾਵੇ ਰਹਾਓ, ਹਮਰਾ ਠਾਕਰ ਸਤਿਗੁਰ ਪੂਰਾ। ਮਨ ਗੁਰ ਕੀ ਕਾਰ ਕਮਾਵੇ, ਹਮ ਮਲ ਮਲ ਧੋਵੇ ਭਾਵ ਗੁਰੂ ਕੇ। ਜੋ ਹਰ ਹਰ ਕਥਾ ਸੁਨਾਵੇ, ਹਿਰਦੈ ਗੁਰਮਤਿ ਰਾਮ ਰਸਾਇਣ। ਜੇਵਾ ਹਰ ਗੁਣ ਗਾਵੇ, ਮਨ ਰਸਕ ਰਸਕ ਹਰ ਰਸ ਆਗਾਨੇ। ਫਿਰ ਬਹੁਰ ਨ ਭੂਖ ਲਗਾਵੇ, ਕੋਈ ਕਰਿਓ ਪਾਵ ਅਨੇਕ ਬਤੇਰੇ। ਬਿਨ ਕਿਰਪਾ ਨਾਮ ਨ ਪਾਵੈ, ਜਨ ਨਾਨਕ ਕਿਉ ਹਰ ਕਿਰਪਾ ਤਾਰੀ। ਮਤ ਗੁਰਮਤਿ ਨਾਮ ਦ੍ਰਿੜਾਵੈ, ਕੋਈ ਕਰਿਓ ਪਾਵ ਅਨੇਕ ਬਤੇਰੇ। ਬਿਨ ਕਿਰਪਾ ਨਾਮ ਨ ਪਾਵੈ, ਜਨ ਨਾਨਕ ਕਿਉ ਹਰ ਕਿਰਪਾ ਤਾਰੀ। ਮਤ ਗੁਰਮਤਿ ਨਾਮ ਦ੍ਰਿੜਾਵੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੀ ਮੱਤ ਲੈ ਕੇ ਗੁਰਮਤਿ ਦਾ ਸਦਕਾ ਹੀ ਅੰਦਰ ਦਾ ਅਨਾਹਦ ਸ਼ਬਦ ਵਾਜਾ ਵੱਜਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੇਰਾ ਮਨ ਗੁਰਸ਼ਬਦ ਗੁਰਬਾਣੀ ਦੀ ਸਿੱਖਿਆ ਦੁਆਰਾ ਉਸ ਪਰਮੇਸ਼ਰ ਹਰੀ ਦਾ ਜਸ ਗਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੱਡੇ ਭਾਗਾਂ ਨਾਲ ਸਾਨੂੰ ਗੁਰਸ਼ਬਦ ਗੁਰਬਾਣੀ ਦੇ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਾਡੀ ਗੁਰਬਾਣੀ ਧੰਤਾ ਯੋਗ ਹੈ ਜੀ। ਜੋ ਗੁਰਸ਼ਬਦ ਗੁਰਬਾਣੀ ਰੂਪ ਹਰੀ ਦੀ ਪਰਮੇਸ਼ਰ ਦੀ ਲਿਵ ਲਾਉਂਦੀ ਹੈ ਜੀ, ਅਤੇ ਪਰਮੇਸ਼ਰ ਰੂਪ ਹਰੀ ਨਾਲ ਲਿਵ ਜੋੜਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਰੂਪ ਪੂਰਾ ਸਤਿਗੁਰ ਹੀ ਸਾਡਾ ਠਾਕਰ ਮਾਲਕ ਹੈ ਜੀ, ਅਤੇ ਸਾਡਾ ਮਨ ਗੁਰੂਆਂ ਦੀ ਦੱਸੀ ਹੋਈ ਕਾਰ ਸੇਵਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸੀਂ ਗੁਰੂ ਦੇ ਚਰਨ ਮਲ ਮਲ ਕੇ ਧੋਂਦੇ ਹਾਂ ਜੀ। ਭਾਵ ਗੁਰਸ਼ਬਦ ਗੁਰਬਾਣੀ ਪਰਮੇਸ਼ਰ ਸਾਨੂੰ ਹਰੀ ਨਾਮ ਦੀ ਕਥਾ ਸੁਣਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਦੀ ਮੱਤ ਹੈ, ਉਹਨਾਂ ਦਾ ਹਿਰਦਾ ਪਰਮੇਸ਼ਰ ਰਾਮ ਦੇ ਰਸਾਂ ਦਾ ਘਰ ਬਣਿਆ ਹੋਇਆ ਹੈ ਜੀ। ਭਾਵ ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ ਜੀ, ਅਤੇ ਉਹਨਾਂ ਦੇ ਅੰਦਰ ਠਹਿਰਾਵ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੀ ਜੀਭ ਗੁਰਸ਼ਬਦ ਗੁਰਬਾਣੀ ਨਾਮ ਹਰੀ ਦੇ ਗੁਣ ਗਾਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੇ ਮਨ ਗੁਰਸ਼ਬਦ ਗੁਰਬਾਣੀ ਦਾ ਸਵਾਦ ਲੈ ਲੈ ਕੇ ਗਾਉਂਦੇ ਹਨ ਜੀ, ਅਤੇ ਪਰਮੇਸ਼ਰ ਹਰੀ ਨਾਮ ਦੇ ਰਸ ਵਿੱਚ ਤ੍ਰਿਪਤ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਪਰਮੇਸ਼ਰ ਹਰੀ ਫਿਰ ਮੁੜ ਕੇ ਹੋਰ ਪਦਾਰਥਾਂ ਦੀ ਭੁੱਖ ਨਹੀਂ ਲਗਾਉਂਦਾ ਜੀ। ਭਾਵ ਉਹਨਾਂ ਦੇ ਅੰਦਰੋਂ ਹਰ ਤਰ੍ਹਾਂ ਦੀ ਭੁੱਖ ਖਤਮ ਹੋ ਜਾਂਦੀ ਹੈ ਜੀ, ਕਿਉਂਕਿ ਉਹਨਾਂ ਨੇ ਆਪਣੇ ਅਸਲ ਮੂਲ ਨੂੰ ਪਹਿਚਾਨ ਕੇ ਉਸ ਹਰ ਨਾਲ ਲਿਵ ਲਗਾ ਲਏ ਹੈ ਜੀ। ਉਹਨਾਂ ਦੇ ਮਨ ਅਤੇ ਤਨ ਗੁਰਸ਼ਬਦ ਗੁਰਬਾਣੀ ਦੇ ਆਨੰਦ ਵਿੱਚ ਉਸ ਦਾ ਰਸ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਭਾਵੇਂ ਕੋਈ ਅਨੇਕ ਪ੍ਰਕਾਰ ਦੇ ਬਹੁਤ ਯਤਨ ਕਰ ਲੈ, ਪਰ
ਗੁਰੂ ਦੀ ਕਿਰਪਾ ਤੋਂ ਬਿਨਾ ਉਹ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਨਹੀਂ ਪ੍ਰਾਪਤ ਕਰ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦਾਸ ਉੱਤੇ ਪਰਮੇਸ਼ਰ ਹਰੀ ਨੇ ਆਪ ਆਪਣੀ ਕਿਰਪਾ ਕੀਤੀ ਹੈ ਜੀ, ਕਿਉਂਕਿ ਉਹ ਪਰਮੇਸ਼ਰ ਹਰੀ ਗੁਰਸ਼ਬਦ ਗੁਰਬਾਣੀ ਦੀ ਸਿੱਖਿਆ ਦੁਆਰਾ ਗੁਰਮਤ ਵਿੱਚ ਨਾਮ ਦ੍ਰਿੜ ਪੱਕਾ ਕਰਾ ਦਿੰਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਦੱਸਦੇ ਹਨ ਕਿ ਜਦੋਂ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰੀਤ ਲੱਗਦੀ ਹੈ ਤਾਂ ਪ੍ਰਤੀਤ ਹੋਰ ਵੀ ਪੱਕੀ ਹੋ ਜਾਂਦੀ ਹੈ ਜੀ, ਅਤੇ ਇਹ ਵਿਸ਼ਵਾਸ ਵੱਧ ਜਾਂਦਾ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਹਮਰਾ ਠਾਕਰ ਸਤਿਗੁਰ ਪੂਰਾ, ਮਨ ਗੁਰ ਕੀ ਕਾਰ ਕਮਾਵੇ। ਸੋ ਸਿਧਾਂਤ ਇਹ ਹੈ ਕਿ ਮਨੁੱਖ ਭਾਵੇਂ ਅਨੇਕ ਪ੍ਰਕਾਰ ਦੇ ਯਤਨ ਅਤੇ ਭਾਵ ਕਰਦਾ ਰਹੇ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਆਤਮਦਰਸ਼ੀ ਗੁਰਸ਼ਬਦ ਗੁਰਬਾਣੀ ਦੇ ਦਰਸ਼ਨ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਮਰੱਥ ਅਤੇ ਧੰਤਾ ਗੁਰਸਿੱਖ ਨੂੰ ਗੁਰਸ਼ਬਦ ਗੁਰਬਾਣੀ ਸਿਮਰਨ ਦੀ ਕਾਰ ਵਿੱਚ ਲਾਉਂਦਾ ਹੈ ਜੀ, ਜਿੱਥੇ ਉਹ ਅਨਹਦ ਸ਼ਬਦ ਸੁਣ ਸੁਣ ਕੇ ਮਿੱਠੀ ਅਵਸਥਾ 'ਚ ਉਨਮਨੀ ਅਵਸਥਾ ਦਾ ਮਿੱਠਾ ਰੰਗ ਸਹਿਜੇ ਹੀ ਮਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਨਹਦ ਗੁਰਸ਼ਬਦ ਗੁਰਬਾਣੀ ਜਾਂ ਸਹਿਜ ਪਦ ਦੀ ਪ੍ਰਾਪਤੀ ਗੁਰਮਤ ਅਨੁਸਾਰ ਆਤਮਕ ਵਿਕਾਸ ਪੌੜੀ ਦੀ ਸਿਖਰ ਹੈ ਜੀ, ਅਤੇ ਇਹ ਪਦ ਕੇਵਲ ਗੁਰਸ਼ਬਦ ਗੁਰਬਾਣੀ ਦੀ ਅਤੁੱਟ ਕਮਾਈ ਕਰਕੇ ਗੁਰਪ੍ਰਸਾਦ ਰਾਹੀਂ, ਗੁਰੂ ਦੀ ਕਿਰਪਾ ਰਾਹੀਂ ਪ੍ਰਾਪਤ ਹੁੰਦਾ ਹੈ ਜੀ। ਸੋ ਸਿਧਾਂਤ ਇਹ ਹੈ ਕਿ ਪਰਮੇਸ਼ਰ ਪਾਰ ਬ੍ਰਹਮ ਸਭ ਦੇ ਅੰਦਰ ਮੌਜੂਦ ਹੈ ਜੀ, ਪਰ ਉਸ ਦੀ ਜਾਣ ਪਛਾਣ ਗੁਰੂ ਜੀ ਦੇ ਉਪਦੇਸ਼ ਗੁਰਸ਼ਬਦ ਗੁਰਬਾਣੀ ਗੁਰਮਤ ਦੁਆਰਾ ਹੀ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।